सतगुर प्रसाद। गुजरी महला चौथा। घर तीजा। माई बाप पुत्र सब हर के किए। सबना को संबंध हर कर दिए। हमरा जोर सब रहो मेरे वीर। हर का तन मन सब हर के वस है शरीर। रहाओ भगत जना को शरदा आप हर लाई। विचे ग्रस्त उदास रहाई। जब अंतर प्रीत हर स्यों बन आई। तब जो किछ करे सो मेरे हर प्रभाई। जितकार कम हम हर लाए। सो हम करें जो आप कराए। जिनकी भगत मेरे प्रभ पाई। ते जन नानक राम नाम लिव लाई। वाहिगुरु जी का खालसा वाहिगुरु जी की फतेह। धन धन गुरु रामदास सच्चे पातशाह इस पावन शब्द विच ਉਹ ਅਵਸਥਾ ਜਦੋਂ ਸੇਵਕ ਤੇ ਸੁਆਮੀ ਇੱਕਮਿਕ ਹੋ ਜਾਂਦੇ। ਭਗਤਾਂ ਨੇ ਲਿਖਿਆ ਹੈ, जब हम होते तब तू नहीं, अब तू ही मैं नहीं। ਇਹ ਅਵਸਥਾ ਕਿਸੇ ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦੀ। ਗੁਰੂ ਨਾਨਕ ਸੱਚੇ ਪਾਤਸ਼ਾਹ ਵੀ ਫਰਮਾਉਂਦੇ ਨੇ, ਜਿਨ੍ਹਾਂ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਉਹਨਾਂ ਦੇ ਅੰਦਰੋਂ ਹਉਮੈ ਮੁੱਕ ਜਾਂਦੀ। ਤੇ ਹਉਮੈ ਦੀ ਕੰਧ ਹੈ ਜਿਸ ਨੇ ਸਾਨੂੰ ਪਰਮਾਤਮਾ ਤੋਂ ਤੋੜਿਆ ਹੋਇਆ। ਪੜ੍ਹਦੇ ਰੋਜ਼ ਜਪਜੀ ਸਾਹਿਬ ਦਾ ਪਾਠ ਰੋਜ਼ ਕਰਦੇ। ਇਹ ਸਵਾਲ ਵੀ ਪੜ੍ਹਦੇ ਆ ਪਰ ਧਿਆਨ ਨਹੀਂ ਦਿੰਦੇ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਫਿਰ ਲੋਕ ਪੁੱਛਦੇ ਨੇ ਹੁਕਮ ਕੀ ਹੈ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਹੁਕਮੀ ਹੋਮਨ ਆਕਾਰ। ਹੁਕਮ ਨ ਕਹਿਆ ਜਾਈ। ਹੁਕਮੀ ਹੋਮਨ ਜੀ ਹੁਕਮ ਮਿਲੇ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨ ਕੋਏ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਫਰਮਾਉਂਦੇ, ਜਦੋਂ ਗੁਰੂ ਦੀ ਕਿਰਪਾ ਨਾਲ ਇਹ ਸਮਝ ਆ ਗਈ ਵੀ ਸਾਡੇ ਵਾਸਤੇ ਕੁਝ ਹੈ ਹੀ ਨਹੀਂ, ਸਾਡੀ ਕੋਈ ਸਮਰੱਥਾ ਨਹੀਂ। ਹਮਰਾ ਜ਼ੋਰ ਸਭ ਰਹੋ ਮੇਰੇ ਵੀਰ। ਹੇ ਮੇਰੇ ਭਰਾ, ਹੁਣ ਇੱਥੇ ਵੀਰ ਸ਼ਬਦ ਹੈ। ਦੇਖੋ ਗੁਰਬਾਣੀ ਵਿੱਚ ਵੀਰ ਵੀ ਆਉਂਦਾ ਤੇ ਵੀਰ ਵੀ ਆਉਂਦਾ। ਹੇ ਮੇਰੇ ਵੀਰ, ਹੁਣ ਸਾਡਾ ਜ਼ੋਰ ਸਾਰਾ ਮੁੱਕ ਗਿਆ, ਕਿਉਂਕਿ ਹਰ ਬੰਦਾ ਆਪਣਾ ਜ਼ੋਰ ਲਾਉਂਦਾ ਤੇ ਇਹ ਵੀ ਕਹਿੰਦਾ ਕਿ ਮੈਂ ਆਪਣੇ ਜ਼ੋਰ ਨਾਲ ਇਉਂ ਕਰਾਂਗਾ। ਨਹੀਂ, ਇੱਥੇ ਤਾਂ ਸਭ ਕੁਝ ਨਿਛਾਵਰ ਕਰਨਾ ਪੈਂਦਾ। ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਛ ਮਰਤਬਾ ਚਾਹੇ।
दाना खाक में मिलकर गुले गुलजार होता है। हमरा जोर सब रहो मेरे वीर, हर का तन मन सब हर के वस है शरीर। समझ आ गई। नानक हुक्मै जे बुझे, ताहो मैं कह न कोई। बस ਜਦੋਂ ਦੇ ਹੁਕਮ ਨੂੰ ਜਾਣ ਲਿਆ, ਫਿਰ ਹਉਮੈ ਕਿੱਥੇ ਰਹੇ। ਭਗਤ ਜਨਾਂ ਨੇ ਤਾਂ ਹੀ ਕਿਹਾ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। अनल अगम जैसे लहर में ओदत, जल केवल जल माही। माधवे क्या कहिए भ्रम ऐसा, जैसा मानिए होए न तैसा। कबीर तू तू करता तू हुआ, मुझ में रहा न हूँ। जब आपा पर का मिट गया, जब देखा ता तू। हमरा जोर सब रहो मेरे वीर, हर का तन मन सब हर कै वस है शरीर। ਜਦੋਂ ਇਹ ਸਾਡਾ ਤਨ ਵੀ ਉਸਦਾ ਹੈ, ਮਨ ਵੀ ਉਸਦਾ ਹੈ, ਔਰ ਇਹ ਸਰੀਰ ਵੀ ਉਹਦੇ ਅਧੀਨ। ਖਿਮਾ ਕਰਨਾ, ਪੜ੍ਹਨਾ ਹੋਰ ਗੱਲ ਹੈ, ਸੁਣਨਾ ਹੋਰ ਗੱਲ ਹੈ, ਮੰਨਣਾ ਹੋਰ ਗੱਲ। ਪੜ੍ਹਦੇ ਤੇ ਅਸੀਂ ਰੋਜ਼ ਹਾਂ, ਤੂੰ ਠਾਕੁਰ ਤੁਮ ਪੈ ਅਰਦਾਸ। ਬਹੁਤੇ ਤੇ ਪੈ ਹੀ ਪੜ੍ਹੀ ਜਾਂਦੇ, ਤੁਸੀਂ ਠਾਕੁਰ ਹੋ, ਤੁਸੀਂ ਅਰਦਾਸ ਹੋ ਗਏ ਹੋ। ਨਹੀਂ, ਤੂੰ ਠਾਕੁਰ ਤੁਮ ਪੈ ਅਰਦਾਸ, ਤੁਸੀਂ ਸਾਡੇ ਮਾਲਕ ਹੋ, ਸਾਡੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ। ਜੀਓ ਪਿੰਡ ਸਭ ਤੇਰੀ ਰਾਸ। ਆ ਜੋ ਕੁਝ ਸਾਡੇ ਕੋਲ ਹੈ, ਜਿੰਦ ਹੈ, ਸਰੀਰ ਹੈ, ਸਭ ਤੁਹਾਡੀ ਰਾਸ। ਧੰਨ ਗੁਰੂ ਰਾਮਦਾਸ ਜੀ ਕਹਿੰਦੇ, ਜਦੋਂ ਸੇਵਕ ਦੇ ਅੰਦਰ ਇਹ ਨਿਸ਼ਚਾ ਬਣ ਜਾਏ, ਫਿਰ ਉਹ ਕਦੇ ਪਰਮਾਤਮਾ ਨਾਲ ਮੁਕਾਬਲਾ ਨਹੀਂ ਕਰਦਾ, ਜ਼ੋਰ ਨਹੀਂ ਕਰਦਾ। ਫਿਰ ਤੇ ਕਹਿੰਦਾ ਹੈ, ਅਬ ਸੌਂਪ ਦਿਆ ਇਸ ਜੀਵਨ का, सब भार तुम्हारे हाथों में है। जीत तुम्हारे हाथों में और हार तुम्हारे हाथों में। आख्या हुण मेरा सब जोर खत्म। हुण वागुरू दे नाल कोई मेरी बराबरी नहीं, कोई मैं उहदा टक्कर नहीं लै सकदा। हमरा जोर सब रहो मेरे वीर, हर का तन मन सब हर कै वस है शरीर। ये तन भी उसका दिता है, ये मन भी उसका दिता है, ये शरीर भी ਉਹਦੇ ਅਧੀਨ। एक ਉਹ ਅਵਸਥਾ ਹੈ ਸਾਧ ਸੰਗਤ, ਜਦੋਂ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਸੰਗਤ ਵਿੱਚ ਰਹਿ ਕੇ ਹਉਮੈ ਦਾ ਜਿਹੜਾ ਪੱਖ ਸੀ ਖਤਮ ਹੋ ਗਿਆ। ਫਿਰ ਸਮਝ ਆ ਗਈ, ਮਾਈ ਬਾਪ ਪੁੱਤਰ ਸਭ ਹਰ ਕੇ ਕੀਏ। ਇਹ ਸੰਬੰਧ ਮਾੜੇ ਨਹੀਂ ਹੈਗੇ। ਕਈ ਵਾਰੀ ਅਸੀਂ ਕਹਿੰਦੇ ਹਾਂ ਜੀ ਮੇਰਾ ਪੁੱਤਰ ਮਾੜਾ ਹੈ, ਮੇਰਾ ਪਿਓ ਮਾੜਾ ਹੈ, ਮੇਰੀ ਮਾਂ। ਕਹਿੰਦੇ ਨਹੀਂ, ਇਹ ਮੰਨੋ ਕਿ ਪਰਮਾਤਮਾ ਨੇ ਸਾਡੇ ਹੀ ਸੰਬੰਧ ਬਣਾਏ, ਔਰ ਇਹ ਸੰਬੰਧ ਠੀਕ ਬਣਾਏ। ਜੇ ਮਾਂ ਨਾ ਹੁੰਦੀ, ਪਿਓ ਨਾ ਹੁੰਦਾ, ਅਸੀਂ ਕਿੱਥੋਂ ਆਉਂਦੇ। ਇਹ ਸਾਰਾ ਸੰਸਾਰ ਦੀ ਰਚਨਾ ਤੇ ਵਾਹਿਗੁਰੂ ਨੇ ਆਪ ਕੀਤੀ। ਮਾਈ ਬਾਪ ਪੁੱਤਰ ਸਭ ਹਰ ਕੇ ਕੀਏ। ਜਿਹੜਾ ਸੇਵਕ ਹੈ ਉਹ ਫਿਰ ਸਭ ਗੱਲਾਂ ਵਿੱਚ ਪਰਮਾਤਮਾ ਨੂੰ ਵਰਤਦਾ ਦੇਖਦਾ। ਕਹਿੰਦਾ ਹੇ ਵਾਹਿਗੁਰੂ, ਇਹ ਮਾਂ, ਇਹ ਪਿਓ, ਇਹ ਪੁੱਤਰ ਸਭ ਤੁਹਾਡੇ ਕੀਤੇ ਹੋਏ ਹਨ। ਸਭਨਾ ਕੋ ਸੰਬੰਧ ਹਰ ਕਰ ਦੀਏ। ਇਹਨਾਂ ਸੰਬੰਧਾਂ ਨੂੰ ਮਾੜਾ ਨਾ ਆਖੋ। ਇਹ ਵਾਹਿਗੁਰੂ ਨੇ ਆਪ ਹੀ ਸੰਬੰਧ ਬਣਾਏ। ਇਹ ਸਾਰੇ ਰਿਸ਼ਤੇ ਇਹ ਪਰਮਾਤਮਾ ਦੇ ਬਣਾਏ ਹੋਏ। ਦੇਖੋ, ਜਦੋਂ ਇਹ ਗੱਲ ਸਮਝ ਲਵਾਂਗੇ
ਫਿਰ ਹਉਮੈ ਦੀ ਗੱਲ ਮੁੱਕ ਜਾਏ। ਫਿਰ ਕਿਸੇ ਨੂੰ ਚੰਗਾ ਮਾੜਾ ਕਹਿਣ ਵਾਲੀ ਭਾਵਨਾ ਵੀ ਖਤਮ ਹੋ ਜਾਏ। ਫਿਰ ਤੇ ਸਰੈਂਡਰ ਕਰ ਦਿਆਂਗੇ। ਫਿਰ ਤੇ ਸਾਰੇ ਹਥਿਆਰ ਸੁੱਟ ਕੇ ਪਰਮਾਤਮਾ ਦੀ ਸ਼ਰਨ ਵਿੱਚ ਆ ਜਾ। ਹਮਰਾ ਜ਼ੋਰ ਸਭ ਰਹੋ ਮੇਰੇ ਵੀਰ। ਹੇ ਮੇਰੇ ਭਰਾ, ਹੁਣ ਮੇਰਾ ਸਭ ਜ਼ੋਰ ਖਤਮ ਹੋ ਗਿਆ। ਹਰ ਕਾ ਤਨ ਮਨ ਸਭ ਹਰ ਕੈ ਵਸ ਹੈ ਸਰੀਰ। ਇਹ ਜੋ ਕੁਝ ਵੀ ਹੈ ਸਭ ਪਰਮਾਤਮਾ ਦਾ। ਰਹਾਓ ਭਗਤ ਜਨਾਂ ਕੋ ਸ਼ਰਧਾ ਆਪ ਹਰ ਲਾਈ। ਜਿਹੜੇ ਉਸ ਦੀ ਭਗਤੀ ਕਰਨ ਵਾਲੇ ਨੇ, ਉਹਨਾਂ ਦੇ ਅੰਦਰ ਸ਼ਰਧਾ ਪ੍ਰੇਮਾ ਭਗਤੀ ਵੀ ਹਰੀ ਨੇ ਆਪ ਹੀ ਲਾਈ। ਉਹ ਬੜਾ ਦਿਆਲੂ ਹੈ, ਬੜਾ ਕਿਰਪਾਲੂ। ਜਿਹਦੇ ਉੱਤੇ ਮਿਹਰ ਕਰਦਾ ਉਹਨੂੰ ਆਪਣੇ ਚਰਨਾਂ ਵਿੱਚ ਲਾ ਲੈਂਦਾ। ਉਹਨੂੰ ਆਪਣੇ ਗੁਰਮੁਖਾਂ ਦੀ ਪਿਆਰਿਆਂ ਦੀ ਸੰਗਤ ਬਖਸ਼ ਦਿੰਦਾ। ਅੱਖ ਫਰਕਣ ਦੇ ਸਮੇਂ ਵਿੱਚ ਉਹਨਾਂ ਦਾ ਜੀਵਨ ਬਦਲਦਾ। ਭਗਤ ਜਨਾਂ ਕੋ ਸ਼ਰਧਾ ਆਪ ਹਰ ਲਾਈ। ਹਰੀ ਨੇ ਆਪ ਹੀ ਕਿਰਪਾ ਕਰਕੇ ਭਗਤ ਜਨਾਂ ਦੇ ਅੰਦਰ ਭਗਤੀ ਕਰਨ ਦੀ ਸ਼ਰਧਾ ਪੈਦਾ ਕਰ, ਤੇ ਜਿਨ੍ਹਾਂ ਉੱਤੇ ਉਸ ਦੀ ਕਿਰਪਾ ਹੋ ਜਾਏ। ਵਿੱਚੇ ਗ੍ਰਸਤ ਉਦਾਸ ਰਹਾਈ। ਉਹ ਇਹਨਾਂ ਮਾਤਾ ਪਿਤਾ ਇਸਤਰੀ ਪੁੱਤਰਾਂ ਧੀਆਂ ਵਿੱਚ ਰਹਿੰਦੇ ਹੋਏ ਵੀ ਉਦਾਸ ਰਹਿੰਦੇ, ਉਪਰਾਮ ਰਹਿੰਦੇ ਨੇ, ਨਿਰਲੇਪ ਰਹਿੰਦੇ ਨੇ। ਉਹ ਕਿਸੇ ਮਾਂ ਨੂੰ, ਕਿਸੇ ਪਿਓ ਨੂੰ, ਕਿਸੇ ਭਰਾ ਨੂੰ, ਕਿਸੇ ਇਸਤਰੀ ਨੂੰ ਮਾੜਾ ਚੰਗਾ ਨਹੀਂ। ਉਹ ਕਹਿੰਦੇ ਸਾਰੇ ਰਿਸ਼ਤੇ ਪਰਮਾਤਮਾ ਨੇ ਆਪ ਹੀ ਬਣਾਏ। ਭਗਤ ਜਨਾਂ ਕੋ ਸ਼ਰਧਾ ਆਪ ਹਰ ਲਾਈ। ਵਾਹਿਗੁਰੂ ਆਪ ਹੀ ਕਿਰਪਾ ਕਰ ਤੇ ਆਪਣੇ ਭਗਤ ਜਨਾਂ ਦੇ ਹਿਰਦੇ ਵਿੱਚ ਸ਼ਰਧਾ ਪੈਦਾ ਕਰ। ਬਸ ਜਿਨ੍ਹਾਂ ਉੱਤੇ ਫਿਰ ਉਹਦੀ ਕਿਰਪਾ ਹੋ ਜਾਂਦੀ। ਵਿੱਚੇ ਗ੍ਰਸਤ ਉਦਾਸ ਰਾਈ। ਉਹ ਗ੍ਰਸਤ ਵਿੱਚ ਰਹਿੰਦੇ ਹੋਏ ਵੀ ਉਦਾਸ ਰਹਿੰਦੇ, ਉਪਰਾਮ ਰਹਿੰਦੇ, ਮਤਲਬ ਖਚਤ ਨਹੀਂ ਹੁੰਦੇ, ਡੁੱਬਦੇ ਨਹੀਂ। ਇਸੇ ਲਈ ਪਾਤਸ਼ਾਹ ਨੇ ਕਹਿਣਾ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈ। ਗਲਨੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸਮਤਰ ਜਾਣੇ, ਜੋਗੀ ਕਹੀਐ ਸੋਈ। ਜੋਗ ਨ ਬਾਹਰ ਮੜੀ ਮਸਾਣੀ, ਜੋਗ ਨ ਤਾੜੀ ਲਾਈਏ। ਜੋਗ ਨ ਮੁੰਦੀ ਮੂੰਡ ਮੁੰਡਾਇਆ, ਜੋਗ ਨ ਸਿੰਘੀ ਵਾਈਏ। ਅੰਜਨ ਮਾਏ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈ। ਬਸ ਅਸੀਂ ਅਰਦਾਸ ਕਰੀ, ਹੇ ਵਾਹਿਗੁਰੂ, ਜੇ ਸੰਬੰਧ ਦਿੱਤੇ ਨੇ, ਅਸੀਂ ਸੰਬੰਧਾਂ ਲਈ ਵੀ ਆਪਣਾ ਫਰਜ਼ ਪੂਰਾ ਕਰ ਸਕੇ। ਪਰ ਤੁਹਾਡੇ ਵੀ ਚਰਨਾਂ ਨਾਲ ਸਾਡਾ ਮਨ ਜੁੜ ਜਾਏ। ਫਿਰ ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਆਪ ਹੀ ਕਿਰਪਾ ਕਰਦਾ, ਉਦਮ ਦਿੰਦਾ, ਅੰਮ੍ਰਿਤ ਵੇਲੇ ਉਠਾਉਂਦਾ ਹੈ, ਕਿਰਤਕਾਰ ਵੀ ਕਰਾਉਂਦਾ ਹੈ, ਨਾਮ ਵੀ ਜਪਾਉਂਦਾ ਹੈ, ਵੰਡ ਵੀ ਚੁਕਾਉਂਦਾ। ਭਗਤ ਜਨਾਂ ਕੋ ਸ਼ਰਧਾ ਆਪ ਹਰ ਲਾਈ, ਵਿੱਚੇ ਗ੍ਰਸਤ ਉਦਾਸ ਰਹਾਈ। ਜਬ ਅੰਤਰ ਪ੍ਰੀਤ ਹਰ ਸਿਉ ਬਣ ਆਈ। ਜਬ ਜਦੋਂ ਅੰਤਰ ਹਿਰਦੇ ਵਿੱਚ ਹਰੀ ਦੇ ਨਾਲ ਪ੍ਰੀਤ ਬਣ ਜਾਂਦੀ, ਜਦੋਂ ਹਰੀ ਨੂੰ ਆਪਣਾ ਆਪ ਇਉਂ ਸਮਰਪਿਤ ਕਰ ਦਿੱਤਾ ਜਾਂਦਾ, ਜਿਵੇਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਕਿਸੇ ਰਿਸ਼ਤੇ ਨੂੰ ਨਹੀਂ ਨਿੰਦਿਆ, ਕਿਸੇ ਨੂੰ ਮਾੜਾ ਨਹੀਂ ਕਿਹਾ। ਆਖਿਆ, ਹੇ ਵਾਹਿਗੁਰੂ, ਤੂੰ ਮੇਰੇ ਤੇ ਕਿਰਪਾ ਕਰ, ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ ਦੇ। ਜਬ ਅੰਤਰ ਪ੍ਰੀਤ ਹਰ ਸਿਉ ਬਣ ਆਈ। ਜਦੋਂ ਹਿਰਦੇ ਵਿੱਚ ਹਰੀ ਦੇ ਨਾਲ ਐਸੀ ਪ੍ਰੀਤ ਬਣ ਗਈ, ਤਬ ਜੋ ਕੁਛ ਕਰੇ ਸੋ ਮੇਰੇ ਹਰ ਪ੍ਰਭ ਭਾਈ। ਤਬ ਤਦੋਂ ਉਹ ਜੀਵ ਜੋ ਕੁਝ ਕਰਦਾ ਹੈ ਉਹ ਮੇਰੇ ਵਾਹਿਗੁਰੂ ਨੂੰ ਚੰਗਾ ਲੱਗਦਾ।
ਜਿਵੇਂ ਤੁਸੀਂ ਗ੍ਰਸਤੀ ਬੱਚਿਆਂ ਦੇ ਕੀਤੇ ਹੋਏ ਕੰਮਾਂ ਨੂੰ ਵਸ ਲੱਗਦਿਆਂ ਨਿੰਦਦੇ ਨਹੀਂ, ਨਖੇਦੀ ਨਹੀਂ ਕਰਦੇ, ਸਗੋਂ ਉਹਨਾਂ ਨੂੰ ਸਮਝਾ ਬੁਝਾ ਕੇ ਹੋਰ ਚੰਗੇ ਪਾਸੇ। ਇਸੇ ਤਰ੍ਹਾਂ ਜਿਹੜੇ ਆਗਿਆਕਾਰੀ ਬੱਚੇ ਹੁੰਦੇ ਨੇ ਉਹਨਾਂ ਨੂੰ ਫਿਰ ਮਾਤਾ ਪਿਤਾ ਦੇ ਕੀਤੇ ਦਾ ਕੋਈ ਇਤਰਾਜ਼ ਨਹੀਂ ਹੁੰਦਾ, ਕਿਉਂਕਿ ਜੋ ਕੀਤਾ ਠੀਕ ਹੈ, ਜੋ ਤੁਸੀਂ ਕਰੋਗੇ ਠੀਕ ਕਰੋਗੇ। ਮੈਂ ਤਾਂ ਕਈ ਵਾਰੀ ਬੇਨਤੀ ਕਰਦਾ, ਕੋਈ ਸਮਾਂ ਦੇਖਿਆ ਕਿ ਜੇ ਬੱਚਿਆਂ ਨੂੰ ਪੁੱਛਿਆ ਮਾਤਾ ਪਿਤਾ ਨੇ ਬਈ ਤੁਹਾਡਾ ਇੱਥੇ ਰਿਸ਼ਤਾ ਕਰ ਦੇਈਏ, ਤੁਹਾਡਾ ਇੱਥੇ ਸੰਬੰਧ ਕਰ ਦੇਈਏ, ਤੇ ਜਿਹੜੇ ਆਗਿਆਕਾਰੀ ਬੱਚੇ ਹੁੰਦੇ ਸਨ, ਧੀਆਂ ਪੁੱਤਰ, ਕਹਿੰਦੇ ਪਿਤਾ ਜੀ ਮਾਤਾ ਜੀ ਤੁਸੀਂ ਸਾਡੇ ਵੱਡੇ ਹੋ, ਜੋ ਕਰੋਗੇ ਠੀਕ ਕਰੋਗੇ। ਬੜਾ ਰਿਸ਼ਤਿਆਂ ਵਿੱਚ ਮਿਠਾਸ ਹੁੰਦੀ ਸੀ, ਕੋਈ ਇਸ ਤਰ੍ਹਾਂ ਦੀ ਤਰੇੜ ਤਿੜਕ ਹੁੰਦੀ ਨਹੀਂ ਸੀ। ਪਰ ਹੁਣ ਬੱਚੇ ਕਹਿੰਦੇ ਸੁਣੇ ਨੇ, ਕਿਉਂ ਜੀ ਵਿਆਹ ਮੈਂ ਕਰਾਉਣਾ ਕਿ ਤੁਸੀਂ ਕਰਾਉਣਾ। ਉਹਨਾਂ ਨੂੰ ਹਰ ਗੱਲ ਤੇ ਕਿੰਤੂ ਪਰੰਤੂ। ਉਹ ਮਾਂ ਪਿਓ ਦੇ ਕੀਤੇ ਤੇ ਵੀ ਨੁਕਤਾਚੀਨੀ, ਗੁਰੂ ਦੇ ਕੀਤੇ ਤੇ ਵੀ ਨੁਕਤਾਚੀਨੀ, ਰੱਬ ਦੇ ਕੀਤੇ ਤੇ ਵੀ ਨੁਕਤਾਚੀਨੀ। ਕਹਿੰਦੇ ਜਦੋਂ ਅੰਦਰੋਂ ਪ੍ਰੀਤ ਜਾਗ ਪੈਂਦੀ, ਜਬ ਅੰਤਰ ਪ੍ਰੀਤ ਹਰ ਸਿਉ ਬਣ ਆਈ, ਤਬ ਜੋ ਕਿਛ ਕਰੇ ਸੋ ਮੇਰੇ ਹਰ ਪ੍ਰਭ ਭਾਈ। ਜੋ ਉਹ ਕਰਦੇ ਨੇ ਉਹ ਹਰੀ ਪ੍ਰਭੂ ਨੂੰ ਚੰਗਾ ਲੱਗਦਾ, ਜੋ ਹਰੀ ਪ੍ਰਭੂ ਕਰਦਾ ਉਹਨਾਂ ਨੂੰ ਚੰਗਾ ਲੱਗਦਾ। ਉਹ ਕਦੇ ਉਹਦੇ ਤੇ ਨੁਕਤਾਚੀਨੀ ਕਰਦੇ ਨੇ। ਤੇ ਕੀ ਕਹਿਣਾ, ਜਿਤ ਕਾਰੈ ਕੰਮ ਹਮ ਹਰ ਲਾਏ, ਜਿਤ ਕਾਰੈ ਕੰਮ ਹਮ ਹਰ ਲਾਏ। ਜਿਹੜੇ ਵੀ ਕੰਮ ਵਿੱਚ ਸਾਨੂੰ ਉਸਨੇ ਲਾਇਆ। ਗੁਰੂ ਰਾਮਦਾਸ ਜੀ ਨੂੰ ਪੁੱਛ ਕੇ ਵੇਖੋ, ਉਹ ਕਹਿੰਦੇ ਸੱਚ ਸ਼ਾਹ ਹਮਾਰਾ ਤੂੰ ਧਣੀ, ਸਭ ਜਗਤ ਵਣਜਾਰਾ ਰਾਮ ਰਾਜੇ, ਸਭ ਭਾਂਡੇ ਤੁਧੈ ਸਾਜਿਆ, ਵਿੱਚ ਵਸਤ ਹਰ ਥਾਰਾ। ਜੋ ਪਾਵੇਂ ਭਾਂਡੇ ਵਿੱਚ ਵਸਤ, ਸਾ ਨਿਕਲੈ ਕਿਆ ਕੋਈ ਕਰੇ ਵਿਚਾਰ। ਹੇ ਵਾਹਿਗੁਰੂ, ਤੂੰ ਸਾਡਾ ਸੱਚਾ ਸ਼ਾਹ ਹੈ, ਇਹ ਸਾਰਾ ਜਗਤ ਵਣਜਾਰਾ ਹੈ, ਇਹ ਸਾਰੇ ਸਰੀਰ ਰੂਪੀ ਭਾਂਡੇ ਤੂੰ ਬਣਾਏ ਨੇ, ਇਹਨਾਂ ਭਾਂਡਿਆਂ ਵਿੱਚ ਵਸਤੂ ਤੂੰ ਪਾਈ ਹੈ, ਤੇ ਜੋ ਤੂੰ ਪਾਈ ਹੈ ਉਹ ਨਿਕਲੇ। ਜਿਤ ਕਾਰੈ ਕੰਮ ਹਮ ਹਰ ਲਾਏ, ਹਮ ਹੈ ਨਾ ਸਾਨੂੰ, ਹਰੀ ਨੇ ਜਿਸ ਜਿਸ ਕੰਮ ਕਾਰ ਤੇ ਲਾ ਦਿੱਤਾ। ਸੋ ਹਮ ਕरें ਜੋ ਆਪ ਕਰਾਏ, ਉਹੀ ਅਸੀਂ ਕਰਦੇ ਜੋ ਉਹ ਆਪ ਕਰਾਉਂਦਾ। ਇਹ ਹੈ ਆਪਣੀ ਮੱਤ ਦਾ ਤਿਆਗ ਤੇ ਗੁਰੂ ਦੀ ਮੱਤ ਦਾ ਧਾਰਨੀ ਹੋਣਾ। ਪਰ ਅੱਜ ਦਾ ਸਿੱਖ ਗੁਰੂਆਂ ਦੀ ਕੀਤੀ ਕਰਨੀ ਉੱਤੇ ਵੀ ਨੁਕਤਾਚੀਨੀ ਕਰਦਾ। ਆਹ ਨਹੀਂ ਸੀ ਚਾਹੀਦਾ ਗੁਰੂ ਸਾਹਿਬ ਨੂੰ, ਆਹ ਨਹੀਂ ਸੀ ਚਾਹੀਦਾ। ਆਪਣੇ ਆਪ ਨੂੰ ਸਿਆਣਾ ਦੱਸ ਰਹੇ, ਨਹੀਂ ਭਾਈ। ਇਹ ਭਾਵਨਾ ਪੈਦਾ ਕਰੋ, ਜਿਤ ਕਾਰੈ ਕੰਮ ਹਮ ਹਰ ਲਾਏ, ਸੋ ਹਮ ਕਰੈ ਜੋ ਆਪ ਕਰਾਏ। ਅਸੀਂ ਕੀ ਕਰਨ ਚਾਹੁੰਦੇ, ਜੋ ਕਰਾਉਂਦਾ ਹੈ, ਜੋ ਦੀ ਆਗਿਆ ਹੁੰਦੀ, ਪਰ ਇਹਦੇ ਤੇ ਦ੍ਰਿੜ ਰਹਿਣਾ ਪਵੇਗਾ। ਅਖੀਰ ਵਿੱਚ ਗੁਰੂ ਰਾਮਦਾਸ ਜੀ ਕਹਿੰਦੇ ਜਿਨ ਕੀ ਭਗਤ ਮੇਰੇ ਪ੍ਰਭ ਭਾਈ। ਭਗਤ ਦੇ ਤੱਤੇ ਨੂੰ ਸਿਆਰੀ ਹੈ ਭਗਤੀ। ਜਿਨ੍ਹਾਂ ਦੀ ਕੀਤੀ ਹੋਈ ਭਗਤੀ, ਜਿਨ੍ਹਾਂ ਦੀ ਇਹੋ ਜਿਹੀ ਬਿਰਤੀ, ਜਿਨ੍ਹਾਂ ਦੀ ਇਹੋ ਜਿਹੀ ਵਿਚਾਰ, ਮੇਰੇ ਪ੍ਰਭ ਭਾਈ। ਇੱਥੇ ਭਾਈ ਦਾ ਮਤਲਬ ਭਾ ਗਈ, ਚੰਗੀ ਲੱਗੇ। ਜਿਨ੍ਹਾਂ ਦੀ ਕੀਤੀ ਮੇਰੇ ਪ੍ਰਭੂ ਨੂੰ ਚੰਗੀ ਲੱਗੇ। ਜਿਨ ਕੀ ਭਗਤ ਮੇਰੇ ਪ੍ਰਭ ਭਾਈ, ਤੇ ਜਨ ਨਾਨਕ ਰਾਮ ਨਾਮ ਲਿਵ ਲਾਈ। ਉਹ ਫਿਰ ਭਾਗਾਂ ਵਾਲੇ ਹਨ। ਨਾਨਕ ਦਾਸ ਜੀ ਫਰਮਾਉਂਦੇ ਨੇ, ਉਹਨਾਂ ਦੀ ਕਿਰਪਾ ਦਾ ਸਦਕਾ, ਉਹਨਾਂ ਦੀ ਬਿਰਤੀ ਰਾਮ ਨਾਮ ਲਿਵ ਲਾਈ। ਉਹ ਪਰਮਾਤਮਾ ਦੇ ਨਾਮ ਵਿੱਚ ਆਪਣੀ ਲਿਵ ਲਾ ਲੈ। ਉਹ ਮੇਰੇ ਪਰਮਾਤਮਾ ਨੂੰ ਚੰਗੇ ਲੱਗਦੇ ਨੇ ਔਰ ਉਹਨਾਂ ਨੂੰ ਪਰਮਾਤਮਾ ਚੰਗਾ ਲੱਗਦਾ। ਉਹਨਾਂ ਵਾਸਤੇ ਹੀ ਫਿਰ ਪਰਮਾਤਮਾ ਨੇ ਕਿਹਾ,
ਮੇਰੀ ਬਾਂਦੀ ਭਗਤ ਛਡਾਵੇ, ਬਾਂਦੀ ਭਗਤ ਨ ਛੂਟੈ ਮੋਏ। ਏਕ ਸਮੈ मोह को गए बांधे, तो फुन मोह पै जवाब न होए। ਤੋ ਧੰਨ ਗੁਰੂ ਰਾਮਦਾਸ ਜੀ ਦੀ ਇਹ ਬਾਣੀ ਕਿਸ ਤਰ੍ਹਾਂ ਸਾਡੇ ਅੰਦਰੋਂ ਗਿਣ ਗਿਣ ਕੇ ਉਹ ਗਿਣਤੀਆਂ, ਉਹ ਬਿਰਤੀਆਂ ਕੱਢਣ ਦਾ ਯਤਨ ਕਰ। ਭਾਈ ਜੇ ਪਰਮਾਤਮਾ ਨਾਲ ਪ੍ਰੀਤ ਕਰਨੀ ਹੈ ਤਾਂ ਆਪਣਾ ਜ਼ੋਰ, ਆਪਣੀਆਂ ਸਿਆਣਪਾਂ, ਆਪਣੀਆਂ ਚਤੁਰਾਈਆਂ ਛੱਡ ਦਿਓ। ਸਾਧ ਸੰਗਤ ਅੱਗੇ ਜੋੜ ਆਇਆ। ਕਈ ਪ੍ਰੇਮੀ ਪੁੱਛ ਲੈਂਦੇ ਨੇ, ਦੇਖੋ ਇਹ ਸ਼ਬਦ ਦੇ 5 ਪਦ ਹਨ। ਗੁਰੂ ਰਾਮਦਾਸ ਜੀ ਦਾ ਤੀਜੇ ਘਰ ਵਿੱਚ ਇੱਕ ਸ਼ਬਦ ਹੈ, ਅੱਗੇ ਹੈ 7। ਗੁਜਰੀ ਰਾਗ ਵਿੱਚ 7 ਸ਼ਬਦ ਅੰਕ 7 ਦੇ ਸੂਚਕ, ਔਰ ਇਸ ਤੋਂ ਅੱਗੇ ਪਹਿਲੇ ਪਾਤਸ਼ਾਹ ਦੇ 2 ਸ਼ਬਦ, ਤੀਜੇ ਪਾਤਸ਼ਾਹ ਦੇ 2 ਸ਼ਬਦ ਤੇ ਚੌਥੇ ਪਾਤਸ਼ਾਹ ਦੇ 7 ਸ਼ਬਦ। 7 7 14 ਤੇ 2 16। ਇਹ ਇੱਕ ਦਾ ਮਤਲਬ ਹੈ ਇਹ ਸ਼ਬਦ ਤੀਜੇ ਘਰ ਵਿੱਚ ਇੱਕ ਹੈ, ਟੋਟਲ 7 ਹਨ। ਇਹ ਸਾਰੇ ਸ਼ਬਦਾਂ ਦਾ ਜੋੜ ਜਿਹੜਾ ਇਹ 16 ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।